ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਰੀ USA ਟੀਵੀ ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ਾਨ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੁਰਮਾਨੇ ਹੋਏ ਸ਼ੁਰੂ। ਟਰੰਪ ਪ੍ਰਸ਼ਾਸਨ ਲਿਆ ਰਿਹਾ ਨਵਾਂ ਬਿੱਲ। ਹੁਣ ਭਾਰਤੀਆਂ ਲਈ ਅਮਰੀਕਾ ਤੋਂ ਪੈਸੇ ਭੇਜਣੇ ਹੋਣਗੇ ਮਹਿੰਗੇ। 10 ਲੱਖ ਫਲਸਤੀਨੀਆਂ ਨੂੰ ਲੀਬੀਆ 'ਚ ਵਸਾਉਣ ਦੀ ਤਿਆਰੀ। ਡੋਨਾਲਡ ਟਰੰਪ ਦਾ ਵੱਡਾ ਪਲਾਨ। ਅਮਰੀਕਾ 'ਚ ਗ੍ਰੀਨ ਕਾਰਡ ਲਈ ਵਿਆਹ ਦਾ ਝੂਠਾ ਦਾਅਵਾ ਕਰਨ ਵਾਲਾ ਇੱਕ ਭਾਰਤੀ ਗੁਜਰਾਤੀ ਹੋਇਆ ਗ੍ਰਿਫਤਾਰ। ਅਮਰੀਕਾ 'ਚ ਤੂਫਾਨ ਨੇ ਮਚਾਈ ਤਬਾਹੀ। 4 ਲੋਕਾਂ ਦੀ ਹੋਈ ਮੌਤ। ਡੋਨਾਲਡ ਟਰੰਪ ਨੇ ਹੁਣ UAE ਦੇ ਤੇਲ ਦਾ ਉਡਾਇਆ ਮਜ਼ਾਕ। ਵੀਡੀਓ ਹੋਈ ਵਾਇਰਲ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਡੈਪੋਟੇਸ਼ਨ ਹੁਕਮਾਂ ਦੇ ਬਾਵਜੂਦ ਅਮਰੀਕਾ ਛੱਡ ਕੇ ਜਾਣ ਤੋਂ ਨਾ ਕਰਨ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਜ਼ਾਨਾ $1000 ਜੁਰਮਾਨਾ ਲਾਉਣ ਦਾ ਸਿਲਸਿਲਾ ਆਰੰਭ ਹੋ ਚੁੱਕਿਆ ਹੈ ਅਤੇ ਵੱਖ-ਵੱਖ ਪ੍ਰਵਾਸੀਆਂ ਨੂੰ ਵੱਖੋ ਵੱਖਰਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਮਿਸਾਲ ਵਜੋਂ ਫਲੋਰੀਡਾ ਦੀ ਇੱਕ ਔਰਤ ਨੂੰ ਰੋਜ਼ਾਨਾ $500 ਦੇ ਹਿਸਾਬ ਨਾਲ ਜੁਰਮਾਨਾ ਲਾਉਂਦਿਆਂ $18,21,000 ਭਰਨ ਦੇ ਹੁਕਮ ਦਿੱਤੇ ਗਏ ਹਨ। ਇਸ ਔਰਤ ਨੂੰ ਅਪ੍ਰੈਲ 2005 ਦੇ ਵਿੱਚ ਡਿਪੋਰਟ ਕਰਨ ਦੇ ਹੁਕਮ ਜਾਰੀ ਹੋਏ ਸਨ, ਜੋ 3 ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਟਰੰਪ ਸਰਕਾਰ ਵੱਲੋਂ ਭੇਜੇ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੁਰਮਾਨੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ, ਬੇਸ਼ਰਤੇ ਸੰਬੰਧਿਤ ਔਰਤ ਇਮੀਗ੍ਰੇਸ਼ਨ ਅਧਿਕਾਰੀਆਂ ਅੱਗੇ ਪੇਸ਼ ਹੋਵੇ। ਇੱਥੇ ਦੱਸਣਾ ਬੰਦ ਹੈ ਕਿ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਕੁਝ ਮਹੀਨੇ ਪਹਿਲਾਂ 2024 ਵਿੱਚ ਔਰਤ ਦੀ ਇਮੀਗ੍ਰੇਸ਼ਨ ਵਕੀਲ ਮਿਸ਼ੇਲ ਵੱਲੋਂ ਆਪਣੀ ਮੁਵੱਕਲ ਦੀ ਫਾਈਲ ਮੁੜ ਖੋਲ੍ਹਣ ਅਤੇ ਡਿਪੋਰਟ ਕਰਨ ਦੇ ਹੁਕਮ ਵਾਪਸ ਲੈਣ ਦੀ ਗੁਜ਼ਾਰਿਸ਼ ਕੀਤੀ ਗਈ। ਇਮੀਗ੍ਰੇਸ਼ਨ ਵਕੀਲ ਨੇ 3 ਬੱਚਿਆਂ ਦੀ ਦੁਹਾਈ ਦਿੱਤੀ, ਜਿਨ੍ਹਾਂ ਦਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਦੂਜੇ ਪਾਸੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੂੰ ਪ੍ਰਵਾਸੀਆਂ ਤੋਂ ਜੁਰਮਾਨੇ ਵਸੂਲ ਕਰਨ ਜਾਂ ਜਾਇਦਾਦਾਂ ਜ਼ਬਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਵਿਭਾਗ ਦੇ ਆંકੜਿਆਂ ਦੇ ਮੁਤਾਬਕ ਇਮੀਗ੍ਰੇਸ਼ਨ ਅਦਾਲਤਾਂ ਵੱਲੋਂ ਤਕਰੀਬਨ 14 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ, ਪਰ ਉਹ ਮੁਲਕ ਛੱਡ ਕੇ ਨਹੀਂ ਜਾ ਰਹੇ ਅਤੇ ਛਾਪਿਆਂ ਦੌਰਾਨ ਵੀ ਇਮੀਗ੍ਰੇਸ਼ਨ ਵਾਲਿਆਂ ਦੀਆਂ ਅੱਖਾਂ ਵਿੱਚ ਘੱਟਾ ਪਹੁੰਚ ਕਾਮਯਾਬ ਹੋ ਜਾਂਦੇ ਹਨ। 2018 ਵਿੱਚ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਚਰਚ ਵਿੱਚ ਪਨਾਹ ਲੈਣ ਵਾਲੇ 9 ਪ੍ਰਵਾਸੀਆਂ ਨੂੰ $1 ਲੱਖ ਦੇ ਜੁਰਮਾਨੇ ਕੀਤੇ ਗਏ, ਪਰ ਬਾਅਦ ਵਿੱਚ ਜੁਰਮਾਨੇ ਦੀ ਰਕਮ ਘਟਾ ਕੇ $60,000 ਪ੍ਰਤੀ ਪ੍ਰਵਾਸੀ ਕਰ ਦਿੱਤੀ ਗਈ। ਅਮਰੀਕਾ ਵਿੱਚ ਸੱਤਾ ਬਦਲੀ ਤਾਂ ਰਾਸ਼ਟਰਪਤੀ ਜੋ ਬਾਈਡਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੁਰਮਾਨੇ ਲਾਉਣ ਦਾ ਸਿਲਸਿਲਾ ਬੰਦ ਕਰ ਦਿੱਤਾ, ਜੋ ਹੁਣ ਦੁਬਾਰਾ ਲਾਗੂ ਕਰ ਦਿੱਤਾ ਗਿਆ। ਉਧਰ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ 1 ਕਰੋੜ ਪ੍ਰਵਾਸੀ ਬਗੈਰ ਦਸਤਾਵੇਜ਼ਾਂ ਜਾਂ ਆਰਜ਼ੀ ਪਰਮਿਟ ਤੇ ਰਹਿ ਰਹੇ ਹਨ ਅਤੇ ਇੰਨੇ ਮੋਟੇ ਜੁਰਮਾਨੇ ਅਦਾ ਕਰਨਾ ਉਹਨਾਂ ਦੇ ਵੱਸ ਤੋਂ ਬਾਹਰ ਹੈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਦੇ ਮੁਤਾਬਕ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ 26% ਦੀ ਆਮਦਨ ਅਮਰੀਕਾ ਦੀ ਗਰੀਬੀ ਰੇਖਾ ਤੋਂ ਹੇਠਾਂ ਚੱਲ ਰਹੀ ਹੈ। ਵਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ ਦਾ ਇਹ ਮੰਨਣਾ ਹੈ ਕਿ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਜੁਰਮਾਨੇ ਵਸੂਲ ਕਰਨ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਸੰਭਾਲ ਸਕਦਾ ਹੈ, ਪਰ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦੇ ਕਹਿਣਾ ਹੈ ਕਿ ਉਹਨਾਂ ਨੇ ਵਧੇਰੇ ਮਨੁੱਖੀ ਵਸੀਲੇ ਲੋੜੀਂਦੇ ਹੋਣਗੇ। ਇਹ ਖਬਰ ਅਮਰੀਕਾ ਵਿੱਚ ਰਹਿਣ ਵਾਲੇ ਲੱਖਾਂ ਭਾਰਤੀਆਂ ਲਈ ਨਿਰਾਸ਼ਾਜਨਕ ਹੈ। ਹੁਣ ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਘਰ ਪੈਸੇ ਭੇਜਣ ਲਈ 5% ਵਾਧੂ ਟੈਕਸ ਦੇਣਾ ਪੈ ਸਕਦਾ ਹੈ। ਇਹ ਟੈਕਸ ਦੂਜੇ ਦੇਸ਼ਾਂ ਦੇ ਸਾਰੇ ਨਾਗਰਿਕਾਂ ਨੂੰ ਅਦਾ ਕਰਨਾ ਪਵੇਗਾ, ਜਿਸ ਵਿੱਚ H1B ਵੀਜ਼ਾ ਧਾਰਕ ਤੇ ਗ੍ਰੀਨ ਕਾਰਡ ਧਾਰਕ ਸ਼ਾਮਲ ਹਨ। ਅਮਰੀਕੀ ਸੰਸਦ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਇਹ ਲੱਖਾਂ ਭਾਰਤੀਆਂ ਨੂੰ ਪ੍ਰਭਾਵਿਤ ਕਰੇਗਾ ਜੋ ਉੱਥੇ ਕੰਮ ਕਰਦੇ ਹਨ ਅਤੇ ਨਿਯਮਿਤ ਤੌਰ ਤੇ ਆਪਣੇ ਘਰਾਂ ਨੂੰ ਪੈਸੇ ਭੇਜਦੇ ਹਨ। ਦ ਵਨ ਬਿਗ ਬਿਊਟੀਫੁਲ ਬਿੱਲ ਸਰਲੇਖ ਵਾਲਾ ਇਹ ਬਿੱਲ ਹਾਲ ਹੀ ਵਿੱਚ US ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੁਆਰਾ ਜਾਰੀ ਕੀਤਾ ਗਿਆ। ਇਸ 399 ਪੰਨਿਆਂ ਦੇ ਦਸਤਾਵੇਜ਼ ਦੇ 327ਵੇਂ ਪੰਨੇ ਤੇ ਅਜਿਹੇ ਸਾਰੇ ਪੈਸੇ ਦੇ ਟ੍ਰਾਂਸਫਰ ਤੇ 5% ਟੈਕਸ ਲਗਾਉਣ ਦੀ ਵਿਵਸਥਾ ਦਾ ਜ਼ਿਕਰ ਕੀਤਾ ਗਿਆ।
ਹਾਲਾਂਕਿ ਇਸ ਵਿੱਚ ਘੱਟੋ-ਘੱਟ ਰਕਮ ਦਾ ਕੋਈ ਜ਼ਿਕਰ ਨਹੀਂ ਹੈ। ਇਸ ਦਾ ਮਤਲਬ ਹੈ ਕਿ ਹੁਣ ਜੇ ਕੋਈ ਵਿਅਕਤੀ ਅਮਰੀਕਾ ਤੋਂ ਭਾਵੇਂ ਘੱਟ ਪੈਸੇ ਭੇਜਦਾ ਹੈ ਤਾਂ ਵੀ ਉਸ ਨੂੰ ਟੈਕਸ ਦੇਣਾ ਪਵੇਗਾ ਜੇ ਉਹ ਅਮਰੀਕੀ ਨਾਗਰਿਕ ਨਹੀਂ ਹੈ ਜਾਂ ਉਸ ਨੂੰ ਅਮਰੀਕੀ ਨਾਗਰਿਕਤਾ ਨਹੀਂ ਮਿਲੀ ਹੈ। ਇਹ ਟੈਕਸ ਉਸ ਥਾਂ ਤੇ ਕੱਟਿਆ ਜਾਵੇਗਾ ਜਿੱਥੋਂ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕਾ ਵਿੱਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ। ਭਾਰਤ ਉਹਨਾਂ ਚੋਟੀ ਦੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ ਜਿੱਥੋਂ ਪ੍ਰਵਾਸੀ ਭਾਰਤੀਆਂ ਦੁਆਰਾ ਸਭ ਤੋਂ ਵੱਧ ਪੈਸਾ ਭੇਜਿਆ ਜਾਂਦਾ ਹੈ। ਮਾਰਚ 2024 'ਚ ਜਾਰੀ ਕੀਤੇ ਗਏ ਭਾਰਤੀ ਰਿਜ਼ਰਵ ਬੈਂਕ ਦੇ ਇੱਕ ਸਰਵੇਖਣ ਅਨੁਸਾਰ ਸਾਲ 2023 ਤੇ 24 ਦੌਰਾਨ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਉੱਥੋਂ ਆਪਣੇ ਦੇਸ਼ ਵਿੱਚ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ $32 ਬਿਲੀਅਨ ਭੇਜੇ ਸਨ। ਵਿਦੇਸ਼ ਮੰਤਰਾਲੇ ਦੇ ਇੱਕ ਅੰਦਾਜ਼ੇ ਅਨੁਸਾਰ ਇਸ ਸਮੇਂ ਅਮਰੀਕਾ ਵਿੱਚ ਲਗਭਗ 45 ਲੱਖ ਭਾਰਤੀ ਰਹਿ ਰਹੇ ਹਨ। ਇਨ੍ਹਾਂ ਵਿੱਚੋਂ 32 ਲੱਖ ਲੋਕ ਭਾਰਤੀ ਮੂਲ ਦੇ ਹਨ। ਅਮਰੀਕਾ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਜੰਗ ਪ੍ਰਭਾਵਿਤ ਗਾਜ਼ਾ ਪੱਟੀ ਤੋਂ ਲਗਭਗ 10 ਲੱਖ ਫਲਸਤੀਨੀਆਂ ਨੂੰ ਲੀਬੀਆ ਵਿੱਚ ਸਥਾਈ ਤੌਰ ਤੇ ਤਬਦੀਲ ਕਰਨ ਦੀ ਯੋਜਨਾ ਤੇ ਕੰਮ ਕਰ ਰਹੇ ਹਨ। ਨਿਊਜ਼ ਦੇ ਅਨੁਸਾਰ ਇਸ ਮਾਮਲੇ ਤੋਂ ਜਾਣੂ 5 ਸਰੋਤਾਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਵਿਚਾਰ ਵਟਾਂਦਰੇ ਦੀ ਸਿੱਧੀ ਜਾਣਕਾਰੀ ਵਾਲੇ 2 ਲੋਕਾਂ ਅਤੇ ਇੱਕ ਸਾਬਕਾ ਅਮਰੀਕੀ ਅਧਿਕਾਰੀ ਨੇ ਇਸ ਬਾਰੇ ਕਿਹਾ ਹੈ ਕਿ ਯੋਜਨਾ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਅਤੇ ਲੀਬੀਆ ਦੀ ਲੀਡਰਸ਼ਿਪ ਵਿਚਕਾਰ ਗੱਲਬਾਤ ਪਹਿਲਾਂ ਹੀ ਚੱਲ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਫਲਸਤੀਨੀਆਂ ਦੇ ਪੁਨਰਵਾਸ ਦੇ ਬਦਲੇ ਲੀਬੀਆ ਨੂੰ ਅਰਬਾਂ ਡਾਲਰ ਦੇ ਫੰਡ ਜਾਰੀ ਕਰੇਗੀ ਜੋ ਇੱਕ ਦਹਾਕੇ ਤੋਂ ਵੱਧ ਸਮੇਂ ਪਹਿਲਾਂ ਰੋਕੇ ਗਏ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜੇ ਤੱਕ ਕੋਈ ਅੰਤਿਮ ਸਮਝੌਤਾ ਨਹੀਂ ਹੋਇਆ ਅਤੇ ਇਜ਼ਰਾਈਲ ਨੂੰ ਪ੍ਰਸ਼ਾਸਨ ਦੀਆਂ ਚਰਚਾਵਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਹਾਲਾਂਕਿ ਇੱਕ ਅਮਰੀਕੀ ਸਰਕਾਰ ਦੇ ਬੁਲਾਰੇ ਨੇ ਕਿਹਾ ਹੈ ਕਿ ਇਹ ਰਿਪੋਰਟਾਂ ਝੂਠੀਆਂ ਹਨ। ਇਸ ਤੋਂ ਇਲਾਵਾ ਅਜਿਹੀ ਕਿਸੇ ਵੀ ਯੋਜਨਾ ਦਾ ਕੋਈ ਜ਼ਮੀਨੀ ਆਧਾਰ ਨਹੀਂ ਹੈ ਅਤੇ ਇਸ ਮਾਮਲੇ ਤੇ ਕੋਈ ਚਰਚਾ ਨਹੀਂ ਹੋਈ ਹੈ। ਇਨ੍ਹਾਂ ਖਬਰਾਂ ਦਾ ਕੋਈ ਅਰਥ ਨਹੀਂ ਹੈ। ਲੀਬੀਆ 2011 ਵਿੱਚ ਅਰਾਜਕਤਾ ਵਿੱਚ ਡੁੱਬ ਗਿਆ ਹੈ ਜਦੋਂ ਨਾਟੋ ਸਮਰਥਕ ਵਿਦਰੋਹ ਨੇ ਲੰਬੇ ਸਮੇਂ ਤੋਂ ਸ਼ਾਸਨ ਕਰ ਰਹੇ ਤਾਨਾਸ਼ਾਹ ਮੁਅੰਮਰ ਗਦਾਫੀ ਨੂੰ ਬੇਦਖਲ ਕਰ ਦਿੱਤਾ ਅਤੇ ਮਾਰ ਦਿੱਤਾ। ਦੇਸ਼ ਵੰਡਿਆ ਗਿਆ ਸੀ। ਇਸ ਦੇ ਪੂਰਬੀ ਅਤੇ ਪੱਛਮੀ ਹਿੱਸੇ ਦੇ ਵਿਰੋਧੀ ਮਿਲੀਸ਼ੀਆ ਸਮੂਹਾਂ ਦੁਆਰਾ ਨਿਯੰਤਰਿਤ ਕੀਤੇ ਗਏ ਸਨ। ਲੀਬੀਆ ਤੇ ਇਸ ਸਮੇਂ 2 ਪ੍ਰਤੀਯੋਗੀ ਪ੍ਰਸ਼ਾਸਨ ਸ਼ਾਸਨ ਕਰ ਰਹੇ ਹਨ। ਅਬਦੁਲ ਹਾਮਿਦ ਦਬੀਬੇ ਦੀ ਅਗਵਾਈ ਵਾਲੀ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਰਾਸ਼ਟਰੀ ਏਕਤਾ ਦੀ ਸਰਕਾਰ ਅਤੇ ਓਸਾਮਾ ਹਮਦ ਦੀ ਅਗਵਾਈ ਵਾਲੀ ਪ੍ਰਤੀਨਿਧੀ ਸਭਾ ਸਮਰਥਿਤ ਰਾਸ਼ਟਰੀ ਸਥਿਰਤਾ ਦੀ ਸਰਕਾਰ ਜੋ ਕਿ ਲੀਬੀਅਨ ਨੈਸ਼ਨਲ ਆਰਮੀ ਅਤੇ ਇਸ ਦੇ ਕਮਾਂਡਰ ਖਲੀਫਾ ਹਫਤਾਰ ਦੇ ਅਸਲ ਸ਼ਾਸਨ ਅਧੀਨ ਹੈ। ਇਸ ਤੋਂ ਇਲਾਵਾ GNU ਤ੍ਰਿਪੋਲੀ ਵਿੱਚ ਸਥਿਤ ਹੈ ਅਤੇ ਦੇਸ਼ ਦੇ ਪੱਛਮੀ ਹਿੱਸੇ ਨੂੰ ਕੰਟਰੋਲ ਕਰਦਾ ਹੈ ਜਦਕਿ GNS ਪੂਰਬੀ ਅਤੇ ਕੇਂਦਰੀ ਖੇਤਰਾਂ ਵਿੱਚ ਕੰਮ ਕਰਦਾ ਹੈ। ਇਸ ਵੰਡ ਨੇ ਲੀਬੀਆ ਵਿੱਚ ਸੱਤਾ ਦੇ 2 ਕੇਂਦਰ ਬਣਾਏ ਹਨ ਜਿੱਥੇ ਦੋਵੇਂ ਸਰਕਾਰਾਂ ਦੇਸ਼ ਦੀ ਜਾਇਜ਼ਤਾ ਅਤੇ ਕੰਟਰੋਲ ਲਈ ਮੁਕਾਬਲਾ ਕਰ ਰਹੀਆਂ ਹਨ। ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿਣ ਵਾਲੇ ਮਹਿਸਾਣਾ ਗੁਜਰਾਤ ਦੇ ਇੱਕ ਨੌਜਵਾਨ ਨੇ ਗ੍ਰੀਨ ਕਾਰਡ ਲਈ ਫਰਜ਼ੀ ਵਿਆਹ ਕਰਵਾਇਆ ਸੀ ਪਰ ਗ੍ਰੀਨ ਕਾਰਡ ਮਿਲਣ ਦੇ ਮੁੱਦੇ ਨੂੰ ਛੱਡ ਕੇ ਉਸਨੇ ਇੱਕ ਜਾਲੀ ਵਿਆਹ ਕਰਵਾ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੁਸੀਬਤ ਵਿੱਚ ਪਾ ਲਿਆ। ਜਿਸ ਕੁੜੀ ਨਾਲ ਉਸਨੇ ਵਿਆਹ ਕੀਤਾ ਸੀ ਉਹ ਹੁਣ ਉਸ ਨੂੰ ਬਲੈਕਮੇਲ ਕਰਨ ਲੱਗ ਪਈ ਹੈ। ਗੈਰ ਕਾਨੂੰਨੀ ਤੌਰ ਤੇ ਅਮਰੀਕਾ ਜਾਣ ਵਾਲੇ ਗੁਜਰਾਤੀਆਂ ਲਈ ਕਾਨੂੰਨੀ ਬਣਨ ਦੇ ਵਿਕਲਪ ਬਹੁਤ ਘੱਟ ਹਨ ਅਤੇ ਹੁਣ ਟਰੰਪ ਪ੍ਰਸ਼ਾਸਨ ਦੇ ਅਧੀਨ ਵਧੇ ਜਾਂ ਘਟੇ 3 ਵਿਕਲਪ ਵੀ ਲਗਭਗ ਬੰਦ ਹੋ ਗਏ ਹਨ। ਗ੍ਰੀਨ ਕਾਰਡ ਲਈ ਨਕਲੀ ਵਿਆਹਾਂ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ ਅਤੇ ਇੱਕ ਭਾਰਤੀ ਗੁਜਰਾਤੀ ਜਿਸਨੇ ਆਪਣੀ ਬੁੱਧੀ ਦੀ ਵਰਤੋਂ ਕਰਕੇ ਇੱਕ ਅਮਰੀਕੀ ਨਾਗਰਿਕ ਕੁੜੀ ਨਾਲ ਵਿਆਹ ਕਰਵਾਇਆ ਸੀ ਹੁਣ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਫਸਿਆ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਹਿਸਾਣਾ ਗੁਜਰਾਤ ਦਾ ਇਹ ਵਿਅਕਤੀ ਪਹਿਲਾਂ ਨਿਊਯਾਰਕ ਵਿੱਚ ਰਹਿੰਦਾ ਸੀ ਅਤੇ ਹੁਣ ਸ਼ਿਕਾਗੋ ਸ਼ਿਫਟ ਹੋ ਗਿਆ ਹੈ। ਸੋ ਸੰਨ 2023 ਦੇ ਵਿੱਚ ਆਪਣੀ ਜ਼ਮੀਨ ਵੇਚ ਕੇ ਅਮਰੀਕਾ ਆ ਗਿਆ। ਭਾਰਤ ਵਿੱਚ ਨਿਯਮਿਤ ਨੌਕਰੀ ਕਰਨ ਵਾਲਾ ਜਿਸਦਾ ਨਾਂ ਰੌਣਕ ਦੱਸਿਆ ਜਾਂਦਾ ਹੈ ਉਸ ਕੋਲ ਅਮਰੀਕਾ ਜਾਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ ਕਿਉਂਕਿ ਉਸ ਦਾ 27 ਸਾਲ ਦੀ ਉਮਰ ਵਿੱਚ ਵੀ ਵਿਆਹ ਨਹੀਂ ਹੋਇਆ ਸੀ। ਉਸਨੇ ਸੋਚਿਆ ਕਿ ਅਮਰੀਕਾ ਵਿੱਚ ਕਿਸੇ ਕਿਸਮ ਦੀ ਨੌਕਰੀ ਸ਼ੁਰੂ ਕਰਨ ਤੋਂ ਬਾਅਦ ਇੱਕ ਵਾਰ ਜਦੋਂ ਉਸਦੇ ਕੋਲ ਕੁਝ ਪੂੰਜੀ ਆ ਜਾਂਦੀ ਹੈ ਤਾਂ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਦਾ ਹੈ ਅਤੇ
ਜ਼ਿੰਦਗੀ ਵਿੱਚ ਅਮਰੀਕਾ 'ਚ ਸੈਟਲ ਹੋ ਸਕਦਾ ਹੈ। ਸੋ ਗੁਜਰਾਤੀ ਭਾਰਤੀ ਰੌਨਕ ਨੇ ਸਖਤ ਮਿਹਨਤ ਕਰਕੇ $50,000 ਬਚਾਏ ਸਨ, ਪਰ 2024 ਵਿੱਚ ਅਮਰੀਕਾ ਦੀ ਸਥਿਤੀ ਕਿਵੇਂ ਬਦਲ ਗਈ ਸੀ, ਇਹ ਦੇਖ ਕੇ ਰੌਨਕ ਨੂੰ ਲੱਗਾ ਕਿ ਜੇਕਰ ਉਹ ਇਸ ਦੇਸ਼ ਵਿੱਚ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ ਅਤੇ ਆਪਣਾ ਕਾਰੋਬਾਰ ਚਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕਾਨੂੰਨੀ ਬਣਨਾ ਜ਼ਰੂਰੀ ਹੋਏਗਾ। ਸੋ ਇਸ ਲਈ ਉਸਨੇ ਸ਼ੁਰੂ ਦੇ ਵਿੱਚ ਯੂ ਵੀਜ਼ਾ ਲਈ ਡਕੈਤੀ ਦਾ ਜਾਲੀ ਸਬੂਤ ਬਣਾਉਣ ਦੀ ਯੋਜਨਾ ਬਣਾਈ, ਕਿਉਂਕਿ ਉਸਦੀ ਨੌਕਰੀ ਉਸ ਸਮੇਂ ਨਿਊਯਾਰਕ ਸਿਟੀ ਵਿੱਚ ਸੀ। ਇਸ ਲਈ ਉੱਥੇ ਡਕੈਤੀ ਦਾ ਜਾਲੀ ਸਬੂਤ ਬਣਾਉਣਾ ਮੁਸ਼ਕਿਲ ਸੀ ਅਤੇ ਜੇਕਰ ਉਹ ਚੋਰੀ ਕਰਦਾ ਫੜਿਆ ਜਾਂਦਾ ਤਾਂ ਰੌਨਕ ਨੂੰ ਸਿੱਧਾ ਜੇਲ੍ਹ ਜਾਣਾ ਪੈਂਦਾ। ਇਸ ਲਈ ਕਿਸੇ ਨੇ ਰੌਨਕ ਨੂੰ ਨਿਊਯਾਰਕ ਸ਼ਹਿਰ ਛੱਡ ਕੇ ਕਿਸੇ ਪੇਂਡੂ ਖੇਤਰ ਜਾਂ ਛੋਟੇ ਕਸਬੇ ਵਿੱਚ ਨੌਕਰੀ ਲੱਭਣ ਲਈ ਵੀ ਕਿਹਾ, ਪਰ ਕਿਉਂਕਿ ਨਿਊਯਾਰਕ ਵਿੱਚ ਚੰਗੀ ਤਨਖਾਹ ਉਸ ਨੂੰ ਮਿਲਦੀ ਸੀ, ਇਸ ਲਈ ਰੌਨਕ ਆਪਣੀ ਮੌਜੂਦਾ ਨੌਕਰੀ ਨੂੰ ਛੱਡ ਕੇ ਕਿਤੇ ਹੋਰ ਜਾਣ ਲਈ ਤਿਆਰ ਨਹੀਂ ਸੀਗਾ। ਇਸ ਤੋਂ ਇਲਾਵਾ ਯੂ ਵੀਜ਼ਾ ਦੀ ਇੱਕ ਹੋਰ ਸਮੱਸਿਆ ਇਹ ਸੀ ਕਿ ਇਸ ਲਈ ਅਰਜ਼ੀ ਦੇਣ ਤੋਂ ਬਾਅਦ ਗ੍ਰੀਨ ਕਾਰਡ ਲਈ 15 ਸਾਲ ਦੀ ਉਡੀਕ ਕਰਨੀ ਪੈਂਦੀ ਸੀ ਅਤੇ ਉਦੋਂ ਤੱਕ ਅਮਰੀਕਾ ਛੱਡਣਾ ਅਸੰਭਵ ਸੀ, ਕਿਉਂਕਿ ਰੌਨਕ ਦਾ ਸ਼ਰਨ ਕੇਸ ਵੀ ਚੱਲ ਰਿਹਾ ਸੀ। ਪਰ ਫਰਜ਼ੀ ਵਿਆਹ ਦੇ ਚੱਕਰ ਵਿੱਚ ਹੁਣ ਉਹ ਜੇਲ੍ਹ ਵਿੱਚ ਨਜ਼ਰਬੰਦ ਹੈ। ਅਮਰੀਕਾ ਦੇ ਸੈਂਟ ਲੂਇਸ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ। ਤੂਫਾਨ ਕਾਰਨ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਫਸੇ ਜਾਂ ਜ਼ਖਮੀ ਲੋਕਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹੈ। ਸ਼ੁੱਕਰਵਾਰ ਦੁਪਹਿਰ ਨੂੰ ਆਏ ਤੂਫਾਨ ਨੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਦਰੱਖਤ, ਬਿਜਲੀ ਦੀਆਂ ਲਾਈਨਾਂ ਅਤੇ ਖੰਭੇ ਡਿੱਗ ਗਏ। ਸੋ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ। ਸੈਂਟ ਲੂਇਸ ਦੀ ਮੇਅਰ ਕਾਰਾ ਸਪੈਂਸਰ ਨੇ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਘੱਟੋ-ਘੱਟ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਸਪੈਂਸਰ ਨੇ ਕਿਹਾ ਕਿ ਇਹ ਸੱਚਮੁੱਚ ਵਿਨਾਸ਼ਕਾਰੀ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਦੀ ਪ੍ਰਕਿਰਿਆ ਵਿੱਚ ਹੈ। ਰਾਸ਼ਟਰੀ ਮੌਸਮ ਸੇਵਾ ਨੇ ਸੰਕੇਤ ਦਿੱਤਾ ਹੈ ਕਿ ਸੈਂਟ ਲੂਇਸ ਖੇਤਰ ਦੇ ਕਲੇਟਨ, ਮਿਸੂਰੀ ਵਿੱਚ ਦੁਪਹਿਰ 2:30 ਵਜੇ ਵਿਚਕਾਰ ਇੱਕ ਤੂਫਾਨ ਆਇਆ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਐਪਲਾਚੀਆ ਸਮੇਤ ਕਈ ਥਾਵਾਂ ਤੇ ਬਵੰਡਰ, ਗੜੇਮਾਰੀ ਅਤੇ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਸੇਵਾ ਨੇ ਮੈਰੀਅਨ, ਇਲੀਨੋਇਸ ਦੇ ਆਲੇ-ਦੁਆਲੇ ਇੱਕ ਤੇਜ਼ ਤੂਫਾਨ ਐਮਰਜੈਂਸੀ ਦੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਜਾਨਲੇਵਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਆਪਣੇ ਵਿਅੰਗ ਅਤੇ ਖੁੱਲ੍ਹੇ ਬਿਆਨ ਕਰਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਟਰੰਪ ਨੇ UAE ਸਰਕਾਰ ਵੱਲੋਂ ਮਿਲੇ ਤੋਹਫੇ, ਉੱਚ ਗੁਣਵੱਤਾ ਵਾਲੇ ਕੱਚੇ ਤੇਲ ਦੀ ਇੱਕ ਬੂੰਦ ਤੇ ਖੁੱਲ੍ਹ ਕੇ ਮਜ਼ਾਕ ਕੀਤਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਟਰੰਪ ਆਪਣੇ ਹੱਥ ਵਿੱਚ ਪਾਣੀ ਜਾਂ ਤੇਲ ਦੀ ਇੱਕ ਬੂੰਦ ਫੜ ਕੇ ਕਹਿੰਦੇ ਹਨ, ਮੈਂ ਬਹੁਤ ਉਤਸ਼ਾਹਿਤ ਨਹੀਂ ਹਾਂ, ਪਰ ਕੋਈ ਗੱਲ ਨਹੀਂ, ਇੱਕ ਬੂੰਦ ਵੀ ਨਾ ਮਿਲਣ ਨਾਲੋਂ ਇੱਕ ਬੂੰਦ ਮਿਲਣਾ ਬਿਹਤਰ ਹੈ। ਸੋ ਇਸ ਮੌਕੇ ਤੇ UAE ਦੇ ਉਦਯੋਗ ਮੰਤਰੀ ਅਤੇ ADNOC ਦੇ CEO ਡਾਕਟਰ ਸੁਲਤਾਨ ਅਹਿਮਦ ਅਲ ਜਾਬਰ ਵੀ ਮੌਜੂਦ ਸਨ, ਜੋ ਟਰੰਪ ਦੇ ਚੁਟਕਲੇ ਸੁਣ ਕੇ ਹੱਸ ਪਏ। ਉਹਨਾਂ ਨੇ ਵੀ ਹਲਕੇ ਫੁਲਕੇ ਅੰਦਾਜ਼ ਵਿੱਚ ਕਿਹਾ, ਚਿੰਤਾ ਨਾ ਕਰੋ, ਇਹ ਤੇਲ ਕਿੱਥੋਂ ਆਇਆ ਹੈ, ਬਹੁਤ ਕੁਝ ਹੈ। ਤੁਹਾਨੂੰ ਦੱਸ ਦਵਾਂ ਕਿ ਮੁਰਬਨ ਤੇਲ UAE ਦਾ ਉੱਚ ਗੁਣਵੱਤਾ ਵਾਲਾ ਹਲਕਾ ਤੇ ਮਿੱਠਾ ਕੱਚਾ ਤੇਲ ਹੈ, ਜਿਸ ਵਿੱਚ ਸਲਫਰ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨੂੰ ਰਿਫਾਈਨ ਕਰਨਾ ਆਸਾਨ ਅਤੇ ਸਸਤਾ ਹੈ ਅਤੇ ਪ੍ਰੀਮੀਅਮ ਗੈਸੋਲੀਨ, ਜੈਟ ਫਿਊਲ ਅਤੇ ਉੱਚ ਗੁਣਵੱਤਾ ਵਾਲੇ ਡੀਜ਼ਲ ਲਈ ਆਦਰਸ਼ ਮੰਨਿਆ ਜਾਂਦਾ ਹੈ। UAE ਹਰ ਰੋਜ਼ ਲਗਭਗ 1.6 ਮਿਲੀਅਨ ਬੈਰਲ ਤੇਲ ਨਿਰਯਾਤ ਕਰਦਾ ਹੈ। ਸੋ ਟਰੰਪ ਨੂੰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤੋਹਫੇ ਮਿਲੇ। ਮੱਧ ਪੂਰਬ ਦੌਰੇ ਦੌਰਾਨ ਟਰੰਪ ਨੂੰ ਕਈ ਮਹਿੰਗੇ ਤੋਹਫੇ ਮਿਲੇ ਹਨ। ਕਤਰ ਦੇ ਅਮੀਰ ਵੱਲੋਂ $400 ਮਿਲੀਅਨ ਦਾ ਬੋਇੰਗ ਜੈਟ ਵੀ ਦਿੱਤਾ ਗਿਆ, ਜਿਸ ਨੂੰ ਲੈ ਕੇ ਅਮਰੀਕੀ ਰਾਜਨੀਤੀ ਵਿੱਚ ਚਰਚਾ ਤੇ ਹੰਗਾਮਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਡੈਮੋਕ੍ਰੈਟਿਕ ਪਾਰਟੀ ਨੇ ਇਸ ਨੂੰ ਰਿਸ਼ਵਤ ਕਿਹਾ, ਪਰ ਟਰੰਪ ਨੇ ਕਿਹਾ ਕਿ ਜੇਕਰ ਕੋਈ ਮੁਫਤ ਵਿੱਚ ਜਹਾਜ਼ ਦੇ ਰਿਹਾ ਹੈ ਤਾਂ ਇਨਕਾਰ ਕਰਨਾ ਮੂਰਖਤਾ ਹੋਵੇਗੀ। ਸੋ ਟਰੰਪ ਨੇ UAE ਤੋਂ ਮਿਲੇ ਤੇਲ ਦੀ ਇੱਕ ਬੂੰਦ ਵਾਲੇ ਤੋਹਫੇ ਤੇ ਹਾਸਿਆ ਮਜ਼ਾਕ ਵਿੱਚ ਆਪਣੀ ਨਿਰਾਸ਼ਾ ਜ਼ਾਹਰ ਕੀਤੀ, ਪਰ ਇਹ ਵੀ ਕਿਹਾ ਕਿ ਇੱਕ ਬੂੰਦ ਵੀ ਨਾ ਮਿਲਣ ਨਾਲੋਂ ਬਿਹਤਰ ਹੈ। ਸੋ ਇਹ ਵੀਡੀਓ ਤੇ ਉਹਨਾਂ ਦੇ ਬਿਆਨ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਵੀ ਹੋ ਰਹੇ ਹਨ। ਕੈਨੇਡਾ ਦੀਆਂ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਪਰਮ ਗਿੱਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਿਲਟਨ ਕੋਰਟ ਹਾਊਸ ਵਿਖੇ 3 ਦਿਨਾਂ ਦੀ ਨਿਆਇਕ ਮੁੜ ਗਿਣਤੀ ਦੌਰਾਨ ਕ੍ਰਿਸਟੀਨਾ ਟੈਸਰ ਨੂੰ ਅਧਿਕਾਰਤ ਤੌਰ ਤੇ ਮਿਲਟਨ ਈਸਟਰਨ ਹਾਲਟਨ ਹਿਲਜ਼ ਸਾਊਥ ਦੀ MP ਐਲਾਨ ਕਰ ਦਿੱਤਾ ਗਿਆ
ਅਤੇ ਪਰਮਗਿੱਲ ਮਹਿਜ਼ 21 ਵੋਟਾਂ ਨਾਲ ਇਹ ਚੋਣ ਹਾਰ ਗਏ। ਕੈਨੇਡਾ ਦੇ ਮਿਲਟਨ ਈਸਟ ਹਾਲਟਨ ਹਿਲਜ਼ ਸਾਊਥ ਹਲਕੇ ਤੋਂ ਹੁਣ ਪਰਮਗਿੱਲ ਨਹੀਂ ਬਲਕਿ ਕ੍ਰਿਸਟੀਨਾ ਟੈਸਰ MP ਹੋਣਗੇ, ਕਿਉਂਕਿ ਮਿਲਟਨ ਕੋਰਟ ਹਾਊਸ ਵਿਖੇ ਹੋਈ 3 ਦਿਨਾਂ ਦੀ ਇਸ ਨਿਆਇਕ ਮੁੜਗਿਣਤੀ ਤੋਂ ਬਾਅਦ ਕ੍ਰਿਸਟੀਨਾ ਇਹ ਚੋਣ ਜਿੱਤ ਗਈ ਹੈ। ਨਵੀਂ ਗਿਣਤੀ ਵਿੱਚ ਕੰਜ਼ਰਵੇਟਿਵ ਉਮੀਦਵਾਰ ਪਰਮਗਿੱਲ ਤੋਂ ਕ੍ਰਿਸਟੀਨਾ ਦੀ ਜਿੱਤ ਦਾ ਫਰਕ ਸਿਰਫ 21 ਵੋਟਾਂ ਦਾ ਰਿਹਾ। ਇਸ ਜਿੱਤ ਤੋਂ ਬਾਅਦ ਕ੍ਰਿਸਟੀਨਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਮਿਲਟਨ ਈਸਟ ਹਾਲਟਨ ਹਿਲਜ਼ ਸਾਊਥ ਦੇ ਲੋਕਾਂ ਨੂੰ ਆਖਿਆ ਕਿ ਤੁਸੀਂ ਭਾਵੇਂ ਕਿਸ ਨੂੰ ਮਰਜ਼ੀ ਵੋਟ ਦਿੱਤੀ ਹੋਵੇ, ਪਰ ਇਹ ਸਮਝ ਲਓ ਕਿ ਮੈਂ ਓਟਾਵਾ ਵਿੱਚ ਤੁਹਾਡੀ ਮਜ਼ਬੂਤ ਆਵਾਜ਼ ਬਣਨ ਲਈ ਪੂਰੀ ਮਿਹਨਤ ਲਗਾ ਦੇਵਾਂਗੀ, ਜਿਸ ਤੇ ਤੁਸੀਂ ਹੱਕਦਾਰ ਹੋ। ਇਲੈਕਸ਼ਨਸ ਕੈਨੇਡਾ ਨੇ ਪਿਛਲੇ ਹਫਤੇ ਵੋਟਾਂ ਦੀ ਪੁਸ਼ਟੀ ਪ੍ਰਕਿਰਿਆ ਤੋਂ ਬਾਅਦ ਦੁਬਾਰਾ ਗਿਣਤੀ ਕਰਵਾਉਣ ਦਾ ਹੁਕਮ ਦਿੱਤਾ ਸੀ। ਦਰਅਸਲ ਜਦੋਂ ਦੋ ਚੋਟੀ ਦੇ ਉਮੀਦਵਾਰਾਂ ਵਿੱਚ ਪਈਆਂ ਵੋਟਾਂ ਦਾ ਫਰਕ 0.1% ਤੋਂ ਘੱਟ ਹੁੰਦਾ ਹੈ ਤਾਂ ਨਿਆਇਕ ਮੁੜਗਿਣਤੀ ਆਪਣੇ ਆਪ ਲਾਜ਼ਮੀ ਹੋ ਜਾਂਦੀ ਹੈ। ਪਰਮਗਿੱਲ ਨੂੰ ਚੋਣਾਂ ਵਾਲੀ ਰਾਜ ਜੇਤੂ ਐਲਾਨ ਦਿੱਤਾ ਗਿਆ ਸੀ, ਪਰ ਇਲੈਕਸ਼ਨਸ ਕੈਨੇਡਾ ਦੁਆਰਾ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਤੋਂ ਬਾਅਦ ਰਾਈਡਿੰਗ ਲਿਬਰਲਸ ਵੱਲ ਪਲਟ ਗਏ। ਇਸ ਗਿਣਤੀ ਨੇ ਲਿਬਰਲਸ ਨੂੰ ਬਹੁਮਤ ਦੇ ਇੱਕ ਕਦਮ ਹੋਰ ਨੇੜੇ ਕਰ ਦਿੱਤਾ, ਜਿਨ੍ਹਾਂ ਕੋਲ 169 ਸੰਸਦ ਮੈਂਬਰ ਨੇ। ਕ੍ਰਿਸਟੀਨਾ ਦੀ ਜਿੱਤ ਤੋਂ ਬਾਅਦ ਹੁਣ ਮਿਲਟਨ ਟਾਊਨ ਕੌਂਸਲ ਦੀ ਖਾਲੀ ਹੋਈ ਸੀਟ ਭਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਕਿਉਂਕਿ ਕ੍ਰਿਸਟੀ ਇਸ ਖੇਤਰ ਤੋਂ ਕੌਂਸਲਰ ਸੀ। ਇਸ ਦੇ ਲਈ ਇੱਕ ਉਪ ਚੋਣ ਕਰਵਾਈ ਜਾਵੇਗੀ, ਜਿਸ ਦੇ ਜ਼ਰੀਏ ਨਵਾਂ ਕੌਂਸਲਰ ਚੁਣਿਆ ਜਾ ਸਕਦਾ ਹੈ, ਜਿਵੇਂ ਕਿ ਗੁਆਂਢੀ ਹਾਲਟਨ ਹਿਲਜ਼ ਵਿੱਚ ਮਹਿਜ਼ 3 ਮਹੀਨੇ ਹੋਇਆ। ਉੱਥੇ ਕੌਂਸਲ ਨੇ ਨਵੇਂ ਚੁਣੇ ਗਏ MP ਜੋਸੇਫ ਦੀ ਥਾਂ ਲੈਣ ਲਈ 2022 ਦੀਆਂ ਮਿਊਨਿਸਪਲ ਚੋਣਾਂ ਤੋਂ ਅਗਲੇ ਕਲੋਜ਼ਿਟ ਰਨਰ ਅਪ ਨੂੰ ਨਿਯੁਕਤ ਕਰਨ ਦੀ ਚੋਣ ਕੀਤੀ ਸੀ। ਕੈਨੇਡਾ ਦੇ ਵਿੱਚ ਦਿਨ ਦਿਹਾੜੇ ਕਤਲ ਕੀਤੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਡੱਡਾ ਤੋਂ ਭਾਰਤੀ ਗੈਂਗਸਟਰ $5 ਲੱਖ ਮੰਗ ਰਹੇ ਸਨ, ਪਰ ਉਹਨਾਂ ਨੇ ਰਕਮ ਦੇਣ ਤੋਂ ਸਾਫ਼ ਨਾ ਕਰ ਦਿੱਤੇ, ਜਿਸ ਦੇ ਸਿੱਟੇ ਵਜੋਂ ਗੋਲੀਆਂ ਚੱਲੀਆਂ। ਜੀ ਹਾਂ, ਇਹ ਦਾਅਵਾ ਹਰਜੀਤ ਸਿੰਘ ਦੀ ਬੇਟੀ ਗੁਰਲੀਨ ਕੌਰ ਨੇ ਕੀਤਾ ਹੈ, ਪਰ ਪੀਲ ਰੀਜਨਲ ਪੁਲਿਸ ਹਰਜੀਤ ਪਰਿਵਾਰ ਦਾ ਦਾਅਵਾ ਮੰਨਣ ਨੂੰ ਤਿਆਰ ਨਹੀਂ ਹੈ। ਕੈਨੇਡੀਅਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਗੁਰਲੀਨ ਕੌਰ ਨੇ ਇਸ ਬਾਰੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੇ ਭਾਰਤ ਤੋਂ ਆ ਰਹੀਆਂ ਧਮਕੀਆਂ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ, ਪਰ ਕਿਸੇ ਨੇ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਸਿਟੀ ਨਿਊਜ਼ ਵੱਲੋਂ ਪ੍ਰਕਾਸ਼ਿਤ ਖਬਰ ਮੁਤਾਬਕ ਗੁਰਲੀਨ ਕੌਰ ਨੇ ਕਿਹਾ ਕਿ ਮੇਰੇ ਪਿਤਾ ਫਿਰੌਤੀ ਮੰਗਣ ਵਾਲਿਆਂ ਅੱਗੇ ਬਿਲਕੁਲ ਨਹੀਂ ਝੁਕੇ। ਉਹ ਆਪਣੀ ਕਰੜੀ ਮਿਹਨਤ ਦੀ ਕਮਾਈ ਵਿੱਚੋਂ ਇੱਕ ਧੇਲਾ ਵੀ ਅਜਾਈ ਗਵਾਉਣ ਦੇ ਹੱਕ ਵਿੱਚ ਨਹੀਂ ਸਨ। ਗੁਰਲੀਨ ਕੌਰ ਨੇ ਅੱਗੇ ਕਿਹਾ ਕਿ ਕੋਈ ਵੀ ਉਸਦੇ ਪਿਤਾ ਨੂੰ ਵਾਪਸ ਨਹੀਂ ਲਿਆ ਸਕਦਾ। ਉਹਨਾਂ ਦਾ ਚਿੱਟੇ ਦਿਨ ਕਤਲ ਕਰ ਦਿੱਤਾ ਗਿਆ, ਕਿਉਂਕਿ ਸਾਡੀ ਸਰਕਾਰ ਅਤੇ ਪੁਲਿਸ ਅਫਸਰ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੇ ਹਨ। ਸੋਗ ਵਿੱਚ ਡੁੱਬੀ ਗੁਰਲੀਨ ਕੌਰ ਦਾ ਕਹਿਣਾ ਸੀ ਕਿ ਹਰਜੀਤ ਸਿੰਘ ਸਿਰਫ ਉਸਦੇ ਪਿਤਾ ਨਹੀਂ, ਸਗੋਂ ਬੇਅੰਤ ਲੋਕਾਂ ਦਾ ਸਹਾਰਾ ਸੀ। ਬੇਅੰਤ ਲੋਕਾਂ ਦਾ ਕਮਿਊਨਿਟੀ ਵਿੱਚ ਕੋਈ ਵੀ ਸਮੱਸਿਆ ਹੋਣ ਤੇ ਸਭ ਤੋਂ ਅੱਗੇ ਹੋ ਕੇ ਮਦਦ ਕਰਦੇ। ਦੂਜੇ ਪਾਸੇ ਹਰਜੀਤ ਸਿੰਘ ਢੱਡਾ ਦੇ ਬੇਟੇ ਤਨਵੀਰ ਸਿੰਘ ਢੱਡਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਨੂੰ ਪਰਿਵਾਰ ਪ੍ਰਤੀ ਸਮਰਪਿਤ ਇਨਸਾਨ ਅਤੇ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਵਾਲਾ ਕੈਨੇਡੀਅਨ ਸਿਟੀਜ਼ਨ ਦੱਸਿਆ, ਜਿਸ ਦੀ ਜ਼ਿੰਦਗੀ ਨੂੰ ਕੁਝ ਲੋਕਾਂ ਨੇ ਜ਼ਾਲਮਾਨਾ ਤਰੀਕੇ ਨਾਲ ਖਤਮ ਕਰ ਦਿੱਤਾ। ਤਨਵੀਰ ਸਿੰਘ ਨੇ ਕਿਹਾ ਕਿ ਉਸਦੇ ਪਿਤਾ ਨੇ ਇਮਾਨਦਾਰੀ ਦੇ ਨਾਲ ਜ਼ਿੰਦਗੀ ਬਤੀਤ ਕੀਤੀ, ਪਰ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਗੈਰ ਕਾਨੂੰਨੀ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ, ਜਿਨ੍ਹਾਂ ਅੰਦਰ ਕਾਨੂੰਨ ਦਾ ਕੋਈ ਡਰ ਪੈ ਨਹੀਂ ਸੀ। ਉਧਰ ਭਾਰਤੀ ਮੀਡੀਆ ਵਿੱਚ ਹਰਜੀਤ ਸਿੰਘ ਬਾਰੇ ਹੈਰਾਨਕੁਨ ਰਿਪੋਰਟਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉੱਤਰਾਖੰਡ ਸੂਬੇ ਵਿੱਚ 3 ਸਾਲ ਪਹਿਲਾਂ ਮਹਿਲ ਸਿੰਘ ਨਾਂ ਦੇ ਸਿਆਸੀ ਆਗੂ ਦਾ ਕਤਲ ਕਥਿਤ ਤੌਰ ਤੇ ਹਰਜੀਤ ਸਿੰਘ ਕਾਲਾ ਉਰਫ ਹਰਜੀਤ ਸਿੰਘ ਡੱਡਾ ਦੇ ਇਸ਼ਾਰੇ ਤੇ ਕੀਤਾ ਗਿਆ ਸੀ। ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਰੋਹਿਤ ਗੋਦਾਰਾ ਅਤੇ ਗੋਲਡੀ ਬਰਾਂਡ ਨੇ ਹਰਜੀਤ ਸਿੰਘ ਡੱਡਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਸ ਨੇ ਅਰਸ਼ ਡੱਲਾ ਅਤੇ ਸੁੱਖਾ ਦੁਨੇਕੇ ਨੂੰ ਪੈਸੇ ਦੇ ਕੇ ਮਹਿਲ ਸਿੰਘ ਦਾ ਕਤਲ ਕਰਵਾਇਆ। ਸੋਸ਼ਲ ਮੀਡੀਆ ਪੋਸਟ ਮੁਤਾਬਕ 1 ਸਾਲ ਪਹਿਲਾਂ ਦਿੱਤੀ ਚੇਤਾਵਨੀ ਦੇ ਬਾਵਜੂਦ ਹਰਜੀਤ ਸਿੰਘ ਨੇ ਅਰਸ਼ ਡੱਲਾ ਦੀ ਜ਼ਮਾਨਤ ਕਰਵਾਉਣ ਵਿੱਚ ਮਦਦ ਕੀਤੀ ਹੈ। ਚੇਤੇ ਰਹੇ ਕਿ ਸੁੱਖਾ ਦੁਨੇਕੇ ਦਾ ਸਤੰਬਰ 2024 ਦੌਰਾਨ ਵਿਨੀਪੈਗ ਵਿਖੇ ਕਤਲ ਕਰ ਦਿੱਤਾ ਗਿਆ ਅਤੇ ਅਰਸ਼ ਡੱਲਾ ਨੂੰ ਓਨਟਾਰੀਓ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਪਰ ਦਸੰਬਰ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਅਰਸ਼ਦੀਪ ਗਿੱਲ ਉਰਫ ਅਰਸ਼ ਡੱਲਾ ਦੀ ਹਵਾਲਗੀ ਵਾਸਤੇ ਕੈਨੇਡਾ ਸਰਕਾਰ ਕੋਲ ਅਰਜ਼ੀ ਦਾਇਰ ਕੀਤੀ ਗਈ, ਪਰ ਫਿਲਹਾਲ ਕੋਈ ਠੋਸ ਜਾਣਕਾਰੀ ਉੱਭਰ ਕੇ ਸਾਹਮਣੇ ਨਹੀਂ ਆ ਸਕੀ। ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ। ਦਰਅਸਲ ਬੰਗਲਾਦੇਸ਼ ਦੀ ਰਾਸ਼ਟਰੀ 에ਅਰਲਾਈਨ ਕੰਪਨੀ ਵਿਮਾਨ ਬੰਗਲਾਦੇਸ਼ 에ਅਰਲਾਈਨਸ ਦੀ ਇੱਕ ਉਡਾਨ BG436 ਨੇ ਕਾਕਸ ਬਾਜ਼ਾਰ ਹਵਾਈ ਅੱਡੇ ਤੋਂ ਰਾਜਧਾਨੀ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰੀ। ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਜਹਾਜ਼ ਦੇ ਮੁੱਖ ਲੈਂਡਿੰਗ ਗੀਅਰ ਦਾ ਪਹੀਆ ਹਵਾ ਵਿੱਚ ਡਿੱਗ ਪਿਆ। ਜਹਾਜ਼ ਦਾ ਪਹੀਆ ਡਿੱਗਣ ਦੀ ਖਬਰ ਤੋਂ ਬਾਅਦ ਹਫੜਾ ਦਫੜੀ ਮਚ ਗਈ। ਇਹ ਸੂਚਨਾ ਮਿਲਦੇ ਹੀ 에ਅਰ ਟ੍ਰੈਫਿਕ ਕੰਟਰੋਲ ਯਾਨੀ ਕਿ ATC ਅਤੇ ਬਚਾਅ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ। 에ਅਰਲਾਈਨ ਕੰਪਨੀ ਦੇ ਅਧਿਕਾਰੀਆਂ ਦੇ ਅਨੁਸਾਰ ਜਹਾਜ਼ ਵਿੱਚ ਕੁੱਲ 71 ਯਾਤਰੀ ਸਵਾਰ ਸਨ। ਵਿਮਾਨ 에ਅਰਲਾਈਨਸ ਕੰਪਨੀ ਦੇ ਜਨਸੰਪਰਕ ਜਨਰਲ ਮੈਨੇਜਰ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਫਲਾਈਟ BG436 ਨੇ ਕਾਕਸ ਬਾਜ਼ਾਰ ਹਵਾਈ ਅੱਡੇ ਤੋਂ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਉਡਾਨ ਭਰੀ ਸੀ। ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਪਹੀਏ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਵਿਮਾਨ ਦੇ ਇੰਜੀਨੀਅਰਿੰਗ ਵਿਭਾਗ ਅਤੇ ਹਵਾਈ ਅੱਡਾ ਅਥਾਰਟੀ ਨੇ ਜਹਾਜ਼ ਦੇ ਖੱਬੇ ਪਾਸੇ ਇੱਕ ਵੀ ਪਹੀਏ ਤੋਂ ਬਿਨਾਂ ਸੁਰੱਖਿਅਤ ਲੈਂਡਿੰਗ ਕਰਨ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਸਨ। ਜਹਾਜ਼ ਦੇ ਪਾਇਲਟ ਨੇ ਇਸ ਸਥਿਤੀ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਅਤੇ ਬਿਨਾਂ ਕਿਸੇ ਅਣਕਿਆਸੇ ਹਾਦਸੇ ਦੇ ਢਾਕਾ ਦੇ ਹਜ਼ਰਤ ਸ਼ਾਹਜਲਾਲ ਹਵਾਈ ਅੱਡੇ ਤੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ। ਉਹਨਾਂ ਨੇ ਕਿਹਾ ਜਹਾਜ਼ ਅਤੇ ਉਸ ਵਿੱਚ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਮਰੀਕਾ ਦੇ ਸ਼ਹਿਰ ਨਿਊ ਔਰਲੀਨਜ਼ ਵਿੱਚ ਇੱਕ ਔਰਤ ਨੂੰ ਉਸਦੇ ਪੁੱਤਰ ਦੀ ਲਾਸ਼ ਨਾਲ ਮਿਲਣ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਔਰਤ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਉਸਦੇ ਪੁੱਤਰ ਦੀ 9 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸਦੇ ਘਰ ਦੇ ਅੰਦਰ ਅਤੇ ਆਲੇ ਦੁਆਲੇ ਬਹੁਤ ਸਾਰਾ ਕੂੜਾ ਮਿਲਿਆ। ਇੱਕ ਰਿਪੋਰਟ ਦੇ ਅਨੁਸਾਰ ਔਰਤ ਦਾ ਘਰ ਮੁਰਗੀਆਂ ਅਤੇ ਚੂਹਿਆਂ ਦੇ ਨਾਲ ਭਰਿਆ ਹੋਇਆ ਸੀ। ਗੁਆਂਢੀਆਂ ਨੇ ਘਰ ਦੀ ਹਾਲਤ ਬਾਰੇ ਕਈ ਵਾਰ ਸ਼ਿਕਾਇਤ ਵੀ ਕੀਤੀ ਸੀ। ਇੱਕ ਡਾਕਟਰ ਨੇ ਦੱਸਿਆ ਕਿ ਮਿਲੀ ਲਾਸ਼ ਔਰਤ ਦੇ ਪੁੱਤਰ ਦੀ ਸੀ, ਜਿਸ ਦੀ 9 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਅਧਿਕਾਰੀਆਂ ਵੱਲੋਂ ਪੁੱਛੇ ਜਾਣ ਤੇ ਔਰਤ ਨੇ ਦੱਸਿਆ ਕਿ ਉਸਦਾ ਪੁੱਤਰ ਕਈ ਸਿਹਤ ਸਮੱਸਿਆਵਾਂ ਤੋਂ ਪੀੜਿਤ ਸੀ। ਅਧਿਕਾਰੀਆਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਔਰਤ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕਿਉਂ ਨਹੀਂ ਕੀਤਾ। ਅਧਿਕਾਰੀਆਂ ਨੇ ਘਰ ਦੀ ਸਫਾਈ, ਕੂੜਾ ਹਟਾਉਣ ਅਤੇ ਮੱਛਰਾਂ ਨੂੰ ਕੰਟਰੋਲ ਕਰਨ ਲਈ ਉਪਾਅ ਕਰਨ ਲਈ ਇੱਕ ਠੇਕੇਦਾਰ ਨੂੰ ਨਿਯੁਕਤ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਘਰ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਅਕਸਰ ਹੀ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਪੌਪ ਸਟਾਰ ਟੇਲਰ ਸਵਿਫਟ ਤੇ ਨਿਸ਼ਾਨਾ ਬਿੰਨਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਤੇ ਫੋਲੋਅਰਸ ਨੂੰ ਪੁੱਛਿਆ ਕਿ ਕਿਸੇ ਨੇ ਧਿਆਨ ਦਿੱਤਾ ਕਿ ਜਦੋਂ ਤੋਂ ਮੈਂ ਕਿਹਾ ਹੈ ਕਿ ਮੈਨੂੰ ਟੇਲਰ ਸਵਿਫਟ ਤੋਂ ਨਫ਼ਰਤ ਹੈ, ਉਦੋਂ ਤੋਂ ਹੋਟ ਨਹੀਂ ਰਹੀ। ਜਿਵੇਂ ਹੀ ਟਰੰਪ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਲੋਕਾਂ ਨੇ ਉਹਨਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਸਵਿਫਟ ਨੇ 2024 ਵਿੱਚ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਵਿਰੋਧੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕੀਤਾ ਸੀ। ਗਾਇਕਾ ਟੇਲਰ ਸਵਿਫਟ ਨੇ ਐਕਸ ਤੇ ਲਿਖਿਆ ਸੀ ਕਿ ਮੈਂ ਕਮਲਾ ਹੈਰਿਸ ਨੂੰ ਵੋਟ ਦੇ ਰਹੀ ਹਾਂ ਕਿਉਂਕਿ ਉਹ ਅਧਿਕਾਰਾਂ ਅਤੇ ਉਹਨਾਂ ਮੁੱਦਿਆਂ ਲਈ ਲੜਦੀ ਹੈ ਜਿਨ੍ਹਾਂ ਲਈ ਮੈਨੂੰ ਲੱਗਦਾ ਹੈ ਕਿ ਇੱਕ ਯੋਧਾ ਦੀ ਲੋੜ ਹੈ। ਉਹਨਾਂ ਨੇ ਅੱਗੇ ਕਿਹਾ ਸੀ ਕਿ ਕਮਲਾ ਹੈਰਿਸ ਇੱਕ ਪ੍ਰਤਿਭਾਸ਼ਾਲੀ ਨੇਤਾ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਅਰਾਜਕਤਾ ਦੀ ਬਜਾਏ ਸ਼ਾਂਤੀ ਨਾਲ ਅਗਵਾਈ ਕਰਾਂਗੇ ਤਾਂ ਅਸੀਂ ਇਸ ਦੇਸ਼ ਵਿੱਚ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਟੇਲਰ ਸਵਿਫਟ ਦੇ ਬਿਆਨ ਦੇ ਵਾਇਰਲ ਹੋਣ ਤੋਂ ਬਾਅਦ ਹੀ ਸਤੰਬਰ 2024 ਵਿੱਚ ਡੋਨਾਲਡ ਟਰੰਪ ਦੀ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਮੈਨੂੰ ਟੇਲਰ ਸਵਿਫਟ ਤੋਂ ਨਫ਼ਰਤ ਹੈ। ਪਿਛਲੇ 10 ਸਾਲਾਂ ਵਿੱਚ ਤੀਜੀ ਵਾਰ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਉਸਦੇ ਹੀ ਘਰ ਵਿੱਚ ਵੜ ਕੇ ਕਰਾਰੀ ਹਾਰ ਦਿੱਤੀ। ਆਪਰੇਸ਼ਨ ਸਿੰਦੂਰ ਦੇ ਤਹਿਤ 9 ਅਤੇ 10 ਮਈ ਦੀ ਰਾਤ ਨੂੰ ਫੌਜ ਨੇ ਇੱਕੋ ਸਮੇਂ ਪਾਕਿਸਤਾਨ ਦੇ 12 ਵਿੱਚੋਂ 11 에ਅਰ ਬੇਸਾਂ ਤੇ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕਰਕੇ ਧਮਾਕੇ ਕੀਤੇ। ਪ੍ਰਧਾਨ ਮੰਤਰੀ ਨੇ ਖੁਦ ਖੁਲਾਸਾ ਕੀਤਾ
ਕਿ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਫੌਜ ਮੁਖੀ ਅਸੀਮ ਮੁਨੀਰ ਨੂੰ ਭਾਰਤੀ ਹਮਲਿਆਂ ਦਾ ਕਿਸ ਤਰ੍ਹਾਂ ਦਾ ਡਰ ਸੀ। ਇਹ ਮੌਕਾ ਸੀ ਯੋਮ-ਏ-ਤਸ਼ਕੂਰ ਯਾਨੀ ਪਾਕਿਸਤਾਨ ਫੌਜ ਦੇ ਸਨਮਾਨ ਵਿੱਚ ਧੰਨਵਾਦ ਦਿਵਸ ਦਾ। ਮੁਨੀਰ ਨੇ ਮੰਨਿਆ ਕਿ ਅਸੀਮ ਮੁਨੀਰ ਨੇ ਉਸ ਨੂੰ ਅੱਧੀ ਰਾਤ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਭਾਰਤ ਨੇ ਨੂਰ ਖਾਨ 에ਅਰਬੇਸ ਅਤੇ ਹੋਰ ਠਿਕਾਣਿਆਂ ਤੇ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕਰਕੇ ਧਮਾਕੇ ਕੀਤੇ ਹਨ। ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ 9-10 ਦੀ ਵਿਚਕਾਰਲੀ ਰਾਤ ਨੂੰ ਲਗਭਗ 2:30 ਵਜੇ ਕਮਾਂਡਰ ਜਨਰਲ ਅਸੀਮ ਮੁਨੀਰ ਨੇ ਉਹਨਾਂ ਨੂੰ ਇੱਕ ਸੁਰੱਖਿਅਤ ਫੋਨ ਤੇ ਦੱਸਿਆ ਕਿ ਪ੍ਰਧਾਨ ਮੰਤਰੀ ਸਾਹਿਬ, ਭਾਰਤ ਨੇ ਹੁਣੇ ਆਪਣੀਆਂ ਬੈਲਿਸਟਿਕ ਮਿਜ਼ਾਈਲਾਂ ਲਾਂਚ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਨੂਰ ਖਾਨ 에ਅਰਬੇਸ ਤੇ ਡਿੱਗੀ ਹੈ ਅਤੇ ਕੁਝ ਹੋਰ ਖੇਤਰਾਂ ਵਿੱਚ ਡਿੱਗੇ ਹਨ। ਇਹ ਵੀਡੀਓ ਭਾਜਪਾ ਨੇਤਾ ਪ੍ਰਦੀਪ ਭੰਡਾਰੀ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ। ਇਸ ਸਮੇਂ ਦੌਰਾਨ ਸ਼ਹਿਬਾਜ਼ ਸ਼ਰੀਫ ਨੇ ਫਿਰ ਭਾਰਤ ਨੂੰ ਧਮਕੀ ਦਿੱਤੀ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇੱਕ ਸ਼ਾਂਤੀ ਪਸੰਦ ਦੇਸ਼ ਹੈ, ਪਰ ਸਵੈ ਰੱਖਿਆ ਵਿੱਚ ਇਹ ਗੁਆਂਢੀ ਦੇਸ਼ ਨੂੰ ਢੁਕਵਾਂ ਜਵਾਬ ਦੇਵੇਗਾ ਅਤੇ ਇਹ ਉਸ ਦਾ ਅਧਿਕਾਰ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਕਰੋਨਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਤਾਂ ਸਾਵਧਾਨ ਹੋ ਜਾਵੋ। ਏਸ਼ੀਆ ਵਿੱਚ ਕੋਵਿਡ-19 ਨੇ ਇੱਕ ਵਾਰ ਫਿਰ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਥਿਤੀ ਹੌਲੀ-ਹੌਲੀ ਚਿੰਤਾਜਨਕ ਹੁੰਦੀ ਜਾ ਰਹੀ ਹੈ। ਹਾਂਗਕਾਂਗ, ਸਿੰਗਾਪੁਰ, ਚੀਨ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿੱਚ ਲਾਗ ਦੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੱਕ ਪਾਸੇ ਜਿੱਥੇ ਦੁਨੀਆ ਆਮ ਜ਼ਿੰਦਗੀ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਦੂਜੇ ਪਾਸੇ ਕਰੋਨਾ ਨੇ ਫਿਰ ਤੋਂ ਦਸਤਕ ਦੇ ਦਿੱਤੀ ਹੈ। ਹਾਂਗਕਾਂਗ ਵਿੱਚ ਕਰੋਨਾ ਦਾ ਵਾਧਾ ਨਜ਼ਰ ਆ ਰਿਹਾ ਹੈ। ਹਾਂਗਕਾਂਗ ਵਿੱਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਕਰੋਨਾ ਦੀ ਗਤੀਵਿਧੀ ਇਸ ਸਮੇਂ ਪਿਛਲੇ 1 ਸਾਲ ਵਿੱਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ। 3 ਮਈ ਨੂੰ ਖਤਮ ਹੋਏ ਹਫ਼ਤੇ ਵਿੱਚ 31 ਮੌਤਾਂ ਦਰਜ ਕੀਤੀਆਂ ਗਈਆਂ, ਜੋ ਚਿੰਤਾ ਦਾ ਵਿਸ਼ਾ ਹੈ। ਸੈਂਪਲ ਪੋਜ਼ਿਟਿਵਿਟੀ ਦਰ ਵੀ ਲਗਾਤਾਰ ਵਧ ਰਹੀ ਹੈ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਸਿੰਗਾਪੁਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਿੰਗਾਪੁਰ ਸਰਕਾਰ ਨੇ ਕੋਵਿਡ ਦੀ ਨਵੀਂ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਮਈ ਦੇ ਪਹਿਲੇ ਹਫ਼ਤੇ ਦੇ ਮਾਮਲਿਆਂ ਵਿੱਚ 28% ਦਾ ਵਾਧਾ ਹੋਇਆ, ਜੋ ਇਸ ਸਾਲ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਵਿੱਚ ਵੀ 30% ਦਾ ਵਾਧਾ ਹੋਇਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕੋਈ ਵੀ ਨਵਾਂ ਰੂਪ ਜ਼ਿਆਦਾ ਘਾਤਕ ਜਾਂ ਛੂਤਕਾਰੀ ਸਾਬਤ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਮਸ਼ਹੂਰ ਗਾਇਕ ਕਰੋਨਾ ਪੋਜ਼ਿਟਿਵ ਹੋ ਚੁੱਕੇ ਨੇ। ਹਾਂਗਕਾਂਗ ਦੇ ਮਸ਼ਹੂਰ ਗਾਇਕ ਈਸਨ ਚੈਨ ਦਾ ਕੋਵਿਡ ਟੈਸਟ ਵੀ ਪੋਜ਼ਿਟਿਵ ਆਇਆ ਹੈ, ਜਿਸ ਕਾਰਨ ਉਹਨਾਂ ਦਾ ਕਨਸਰਟ ਰੱਦ ਕਰਨਾ ਪਿਆ। ਇਹ ਇਸ ਗੱਲ ਦਾ ਸੰਕੇਤ ਹੈ ਕਿ ਕਰੋਨਾ ਕਿਸੇ ਨੂੰ ਵੀ ਨਹੀਂ ਬਖਸ਼ ਰਿਹਾ, ਭਾਵੇਂ ਉਹ ਆਮ ਹੋਵੇ ਜਾਂ ਖਾਸ। ਚੀਨ ਅਤੇ ਥਾਈਲੈਂਡ ਵਿੱਚ ਵੀ ਕੋਵਿਡ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਚੀਨੀ ਰੋਗ ਨਿਯੰਤਰਣ ਕੇਂਦਰ ਦੀ ਰਿਪੋਰਟ ਦਰਸਾਉਂਦੀ ਹੈ ਕਿ ਗਰਮੀਆਂ ਵਿੱਚ ਵੀ ਉੱਥੇ ਲਾਗ ਤੇਜ਼ੀ ਨਾਲ ਫੈਲ ਰਹੀ ਹੈ, ਜੋ ਕਿ ਆਮ ਮੌਸਮੀ ਪੈਟਰਨ ਤੋਂ ਵੱਖਰੀ ਹੈ। ਜੇ ਇਸ ਦੇ ਨਾਲ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਫਿਲਹਾਲ ਰਾਹਤ ਹੈ। ਹੁਣ ਤੱਕ ਭਾਰਤ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਕੋਈ ਵੱਡਾ ਵਾਧਾ ਨਹੀਂ ਦੇਖਿਆ ਗਿਆ, ਪਰ ਏਸ਼ੀਆਈ ਦੇਸ਼ਾਂ ਵਿੱਚ ਕੋਵਿਡ ਦੀ ਵੱਧਦੀ ਗਤੀ ਨੂੰ ਦੇਖਦੇ ਹੋਏ ਭਾਰਤ ਨੂੰ ਵੀ ਸਾਵਧਾਨ ਰਹਿਣਾ ਪਵੇਗਾ। ਮਾਹਰਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਵਾਇਰਸ ਦਾ ਸਰਗਰਮ ਹੋਣਾ ਦਰਸਾਉਂਦਾ ਹੈ ਕਿ ਕੋਵਿਡ ਹੁਣ ਮੌਸਮੀ ਨਹੀਂ ਰਿਹਾ। ਸੋ ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਯੂਨੀਵਰਸਿਟੀ ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।